ਮਨੁੱਖ ਨੂੰ ਵਾਰ-ਵਾਰ ਆਤਮਿਕ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ ਔਰ ਸੰਸਾਰਿਕ ਜੀਵਨ ਦੇ ਵਿੱਚ ਅਵੇਅਰ ਕੀਤਾ ਹੈ। ਸਾਧ ਸੰਗਤ ਜੀ, ਦੁਨੀਆ ਦਾ ਕੋਈ ਵੀ ਕੰਮ ਹੋਵੇ ਉਹਦੇ ਵਿੱਚ ਅਵੇਅਰਨੈਸ, ਉਹਦੇ ਵਿੱਚ ਜਾਗਣਾ, ਚੇਤਨ ਹੋਣਾ ਬੜਾ ਜ਼ਰੂਰੀ ਹੈ। ਸੁੱਤਾ ਹੋਇਆ ਇਨਸਾਨ ਕਦੀ ਕਿਸੇ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਔਰ ਜਾਗਿਆਂ ਦੀ ਨਿਸ਼ਾਨੀ ਇਹ ਹੁੰਦੀ ਹੈ ਵੀ ਉਹ ਸਦਾ ਹੀ ਆਪਣੇ ਜੀਵਨ ਦੇ ਅੰਦਰ ਤਤਪਰ ਰਹਿੰਦੇ ਨੇ, ਸਦਾ ਹੀ ਆਪਣੇ ਜੀਵਨ ਦੇ ਅੰਦਰ ਹੌਸਲਾ ਰੱਖ ਕੇ ਅੱਗੇ ਤੁਰਦੇ ਨੇ। ਆਪ ਸਾਹਿਬਾਂ ਦੀ ਪਾਵਨ ਬਾਣੀ ਪੜ੍ਹਦੇ ਹੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ, ਜਿਸ ਨੂੰ ਪਰਮਾਤਮਾ ਅਕਾਲ ਪੁਰਖ ਰੱਬ ਵਿਸਰ ਜਾਂਦਾ ਹੈ ਨਾ, ਭਾਵ ਜਿਹਦੇ ਜੀਵਨ ਦੇ ਅੰਦਰੋਂ ਚੰਗੇ ਗੁਣਾਂ ਦਾ ਅਕਾਲ ਪੈ ਜਾਂਦਾ ਹੈ, ਉਹਦੇ ਵਰਗਾ ਅਭਾਗਾ ਇਸ ਦੁਨੀਆ ਤੇ ਹੋਰ ਕੋਈ ਵੀ ਨਹੀਂ। ਅਕਸਰ ਸੰਸਾਰ ਵਿੱਚ ਐਸਾ ਹੁੰਦਾ ਹੈ, ਕਿਸੇ ਮਨੁੱਖ ਨੂੰ ਕੁਝ ਮਿਲ ਜਾਏ ਤੇ ਅਸੀਂ ਕਹਿੰਦੇ ਹਾਂ ਵੀ ਬੜਾ ਭਾਗਾਂ ਵਾਲਾ, ਇਹਨੂੰ ਆਹ ਚੀਜ਼ ਮਿਲ ਗਈ ਹੈ। ਤੇ ਜੇ ਕੁਝ ਨਾ ਮਿਲੇ ਤੇ ਅਸੀਂ ਕਹਿ ਦਿੰਦੇ ਹਾਂ ਵੀ ਇਸ ਬੰਦੇ ਦੇ ਭਾਗ ਚੰਗੇ ਨਹੀਂ ਸਨ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ, ਵਸਤੂਆਂ ਦਾ ਮਿਲਣਾ ਨਾ ਮਿਲਣਾ, ਇਹਨਾਂ ਦੇ ਨਾਲ ਭਾਗ ਵੱਡੇ ਜਾਂ ਛੋਟੇ ਨਹੀਂ ਹੁੰਦੇ। ਹੋ ਸਕਦਾ ਜਿਹਨੂੰ ਅੱਜ ਨਹੀਂ ਮਿਲਿਆ ਉਹਨੂੰ ਕੱਲ੍ਹ ਨੂੰ ਮਿਲ ਜਾਏ, ਤੇ ਜਿਹਨੂੰ ਅੱਜ ਮਿਲਿਆ ਉਹਨੂੰ ਕੱਲ੍ਹ ਨੂੰ ਨਾ ਮਿਲੇ। ਇਹਦਾ ਮਤਲਬ ਹੈ ਜਿਹਦੇ ਅੱਜ ਭਾਗ ਮਾੜੇ ਨੇ ਉਹਦੇ ਕੱਲ੍ਹ ਨੂੰ ਭਾਗ ਚੰਗੇ ਵੀ ਹੋਣਗੇ, ਤੇ ਜਿਹਦੇ ਅੱਜ ਚੰਗੇ ਨੇ ਉਹਦੇ ਕੱਲ੍ਹ ਨੂੰ ਮਾੜੇ ਵੀ ਹੋਣਗੇ। ਇਹ ਸਾਡੀ ਫਿਲੋਸਫੀ ਹੈ, ਇਹ ਸਾਡੀ ਵਿਚਾਰਧਾਰਾ ਹੈ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ, ਦੁਨੀਆ ਦੇ ਅੰਦਰ ਭਾਗਹੀਨ ਇਨਸਾਨ ਉਹ ਹੈ ਜਿਹਨੂੰ ਪਰਮਾਤਮਾ ਵਿਸਰ ਜਾਏ, ਜਿਹਨੂੰ ਰੱਬ ਵਿਸਰ ਜਾਏ। ਤੇ ਰੱਬ ਦੇ ਵਿਸਰਨ ਦਾ ਮਤਲਬ ਕੀ ਹੈ? ਇੱਕ ਬੜੀ ਗੁੰਝਲਦਾਰ ਬੁਝਾਰਤ ਹੈ। ਜਦੋਂ ਕਨਸੈਪਟ ਪਰਮਾਤਮਾ ਦਾ ਆਵੇ, ਰੱਬ ਦਾ ਆਵੇ, ਜਾਂ ਆਪੋ ਆਪਣੇ ਧਰਮ ਦੇ ਅੰਦਰ ਜਿਹੜੇ ਜਿਹੜੇ ਆਪਣੇ ਇਸ਼ਟ ਨੂੰ ਮੰਨਦੇ ਨੇ ਉਹਨਾਂ ਦੇ ਇਸ਼ਟ ਦਾ ਆਵੇ, ਇਹ ਜਿਹੜੀ ਗੁੰਝਲਦਾਰ ਬੁਝਾਰਤ ਹੈ, ਇਹਨੂੰ ਉਲਝਾਉਂਦਿਆਂ ਕਈ ਸੰਸਾਰ ਤੋਂ ਚਲੇ ਗਏ। ਪਰ ਸੱਚ ਇਹ ਹੈ ਵੀ ਇਹਨੂੰ ਹੁਣ ਸਮਝਣਾ ਸਾਡੇ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਵੀ ਹੈ ਤੇ ਸਾਡੇ ਸਾਰਿਆਂ ਦਾ ਫਰਜ਼ ਵੀ ਹੈ। ਦੁਨੀਆ ਦਾ ਕੋਈ ਵੀ ਕੰਮ ਹੈ ਸਾਧ ਸੰਗਤ, ਬੰਦਾ ਉਸ ਚੀਜ਼ ਨੂੰ ਉਦੋਂ ਕਰਨਾ ਸ਼ੁਰੂ ਕਰਦਾ ਜਦੋਂ ਉਹਦੇ ਬਾਰੇ ਨੌਲੇਜ ਲੈ ਲੈਂਦਾ ਹੈ। ਨੌਲੇਜ ਤੋਂ ਬਿਨਾਂ ਕੀਤਾ ਹੋਇਆ ਕੰਮ, ਜਾਣਕਾਰੀ ਤੋਂ ਬਿਨਾਂ ਕੀਤਾ ਹੋਇਆ ਕੰਮ ਅਕਸਰ ਬੰਦੇ ਨੂੰ ਦੁਖੀ ਕਰਦਾ ਹੈ। ਜੇਕਰ ਮਨੁੱਖ ਰਾਤ ਨੂੰ ਆਪਣੇ ਬਿਸਤਰ ਤੇ ਸੌਣ ਲੱਗਿਆਂ ਇਹ ਸੋਚੇ ਵੀ ਸਵੇਰੇ ਮੈਂ ਫਲਾਣਾ ਕੰਮ ਸ਼ੁਰੂ ਕਰਨਾ ਹੈ, ਹੋ ਸਕਦਾ ਉਹਦੇ ਕੋਲ ਮਾਇਆ ਬਹੁਤ ਹੋਵੇ, ਉਹਨੂੰ ਇਸ ਗੱਲ ਦੀ ਘਾਟ ਮਹਿਸੂਸ ਨਾ ਹੋਵੇ, ਪਰ ਅਚਨਚੇਤ ਰਾਤ ਨੂੰ ਬਿਸਤਰ ਤੇ ਸੌਣ ਲੱਗਾ ਹੈ ਤੇ ਸਵੇਰੇ ਉੱਠ ਕੇ ਸੋਚਦਾ ਹੈ ਵੀ ਮੈਂ ਸਵੇਰੇ ਉੱਠਾਂਗਾ ਤੇ ਸਵੇਰੇ ਉੱਠ ਕੇ ਮੈਂ ਆਹ ਕੰਮ ਸ਼ੁਰੂ ਕਰਨਾ ਹੈ ਨਵਾਂ। ਇੱਕ ਆਮ ਬੰਦਾ ਉਹ ਪਹਿਲਾਂ ਆਪਣੇ ਬਜਟ ਵੱਲ ਵੇਖੇਗਾ ਕਿ ਮੈਂ ਇਸ ਕੰਮ ਨੂੰ ਕਰ ਵੀ ਸਕਣਾ ਕਿ ਨਹੀਂ ਕਰ ਸਕਦਾ, ਪਰ ਜਿਹੜਾ ਸਮਰੱਥ ਬੰਦਾ ਉਹਦੇ ਲਈ ਇਹ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀਆਂ। ਪਰ ਸਵੇਰੇ ਉੱਠਿਆ, ਜੋ ਰਾਤੀ ਸੋਚਿਆ ਸੀ ਉਹਨੇ ਸ਼ੁਰੂ ਕਰ ਦਿੱਤਾ।
पर शुरू करन तो 2 दिन 3 दिन बाद बड़ा मायूस होया भी कमाल दी गल है, काम भी शुरू किया, पैसा भी लाया, पर बनया कुछ नहीं, ना कोई ग्राहक आंदा है ना काम चलता है। किसी सियाने नूं पुछदा है तो कहंदा भाई ये जिहड़ा काम तू शुरू किया है इस काम बारे तेनू नॉलेज की है, पहले मैनू दस तेरा बैकग्राउंड की है इस काम के बारे, तू की जानदा इस कारज के बारे जिहड़ा तू शुरू किया है। अगों उस इंसान ने कहा भाई मैं जानता तो कुछ नहीं, बस एवें रात को सौन लगा तो राती मन चो ख्याल आया तो मैं इस रात को इस ख्याल को पूरा करने लई सवेरे उठ के एक काम शुरू कर दिता, बिजनेस शुरू कर दिता, क्योंकि मेरे को माया की कोई घाट नहीं सी, मैं पैसा ला दिता इस काम के अंदर। उस बंदे ने समझाया, कहते ने बस आही तेरी सब तो वड्डी गलती है, नॉलेज तो बिना जानकारी तो बिना तू जेड़े भी काम नूं हथ पाएगा उस काम दे अंदर तू सक्सैस नहीं होएगा, कामयाबी नहीं मिलेगी तेनों। पहला तेनों नॉलेज लैनी जरूरी है। साध संगत यही धर्म दे अंदर है। जिन्नी देर तक असी धर्म की परिभाषा धर्म की विचारधारा नूं नहीं समझांगे, साहिब की बाणी का एक बड़ा प्यारा बचन है और आप कई बार ये सरवण भी करते हो। साहब कहते ने अकली साहिब सेवी है, रब नूं चेते करना। साहिब का मतलब है वड्डा, परमात्मा रब लई शब्द आया है। जे परमात्मा नूं चेते करना है तो साहब गुरु नानक बाबा जी कहते ने अपनी अकल का इस्तेमाल कर लें। ऐसा ना होवे कि लोग धर्म के नाम ते भी लोगों नूं ठगदे ने, किते तू भी ना ठगिया जाए भी धर्म के नाम ते एवें ही किसी के कहे पिछे लग के ते बाद विच सोचता रहे भी किया तो मैं सब कुछ है पर बनया कुछ भी नहीं। अकली साहिब सेवी है, अकली पाई है मान, दुनिया के अंदर मान वडियाई इज्जत अकल दे नाल मिलती, उस काम दे नाल मिलती जिहड़ा काम दिमाग नाल कीता जांदा है। जिस काम नूं बंदा दिमाग नाल सोच के करता है, बड़ी प्लैनिंग दे नाल करदा, वो काम दे अंदर उन्होंने हमेशा ही कामयाबी मिलती है। सतगुरु गुरु ग्रंथ साहिब पातशाह कहते ने बस इस चीज़ को अपने जीवन विच पल्ले बन लई भी जे धर्म के मार्ग ते भी तुरना है तो सतगुरु कहते ने पहलू तेनों अपने जीवन विच इस गल नूं परपक करना पएगा। मैं फिर बचना वाला आवां जिथों आपां विचार आरंभ कीती है कि संसार इस जगत के अंदर जरूरी है कि असी जेड़े भी कारज नूं करना है सानू उस कारज के बाबत उस चीज़ के बाबत समझ होवे। ते साध संगत जो गल विचार धर्म की आती असी उदों अखां क्यों बंद कर लेने आ, असी उदों क्यों अखां बंद कर लेने, क्यों सोचने भी नहीं फलाना कर दे ते असी भी कर लिया तो की हो गया। थोड़ा जिहा ध्यान दिओ। धन गुरु नानक पातशाह जी सतगुरां ने इस संसार इस जगत नूं एक नवां राह दसिया, जिन्होंने भाई साहब भाई गुरदास जी कहते ने मारिया सिक्का जगत विच नानक निर्मल पंथ चलाया। धन गुरु नानक पातशाह जी ने पहला 32 साल तक संसार नूं घोखिया, बड़ी नेड़े तो वेखिया सतगुरु गुरु नानक पातशाह जी ने भी धर्म के मायने की ने लोगों के जीवन विच, लोग धर्म किनू समझ रहे ने ते धर्म किनू कहा जाता है। पहलो सतगुरु गुरु नानक साहिब जी ने 32 साल तक इस चीज़ नूं बड़ा नेड़े होकर घोखिया ते जदों सतगुरु गुरु नानक पातशाह जी ने पहला पैगाम दुनिया नूं दिता ते उदों साहब ने आख्या ना को हिंदू ना मुसलमान अल्लाह राम के पिंड पराम। इस दुनिया ते ना कोई हिंदू है ते ना कोई मुसलमान है, जिन्हें रब के मार्ग ते चलना है उनकी कोई जात नहीं होंदी, उनका कोई धर्म नहीं होंदा, उनके लिए तो एक रस्ता होंदा है, उन्हें ते सच का मार्ग तैयार, जिस मार्ग ते अपने कदम रखने ने ते अगे चलना है। बाबा फरीद साहब जी का एक बड़ा प्यारा बचन है। बाबा फरीद साहब कहते ने बोले शेख फरीद प्यारे अल्लाह लगे। प्यारे शब्द संबोध की शब्द है ना, मतलब हे प्यारे मन। बाबा फरीद साहब जी अपने मन नूं कह रहे हैं, हे प्यारे मन बोले शेख फरीद
बाबा शेख फरीद साहब जी कह रहे ने, प्यारे अल्लाह लगे, अल्लाह दे नाल लगना है, रब नाल जुड़ना है, परमात्मा नाल जुड़ना चाहना है। ते पातशाह जी कहते ने, यह तन होसी खाक निमाणी गौर करे। बाबा फरीद साहब कहते ने, ये मना, ये जेड़े शरीर अंदर बह के तू हर वेले अपनी तूती वजाना है, तू कहना भी मैं ही हाँ सब कुछ। बाबा जी कहते ने, वेख के शरीर ने एक दिन नाश हो जाना है। ये तन होसी खाक, ये शरीर ने एक दिन खाक हो जाना है। निमाणी गौर करे, जेड़ी गौर, गौर कहते ने कबर नूं, निमाणी दा भावे निमरता विच, निमरता दा प्रतीक भाव धरती तो थले, मिट्टी पुट्टण तो बाद थले कबर खोदी, इंसान दे मरण तो बाद उन्होंने दफनाण दे लई। बाबा कबीर फरीद साहब जी कहते ने, जेड़ी गौर है, कबर है, वो निमाणी है, धरती तो भी नीवी है। वो आवाज मार रही है, तेनों समझा रही है, निमाणी गौर करे। वेखो तेनों आवाजा मार दी, तेनों दस रही है भी इस संसार ते तू सदा नहीं रहना। ते फिर कीता की जाए। बाबा जी कहते ने, ए तन होसी खाक निमाणी गौर करे, आज मिलावा, आज ही मिलेगा। अज का मतलब, अज का मतलब अज का दिन नहीं, अज का मतलब ये समा भी नहीं, अज का मतलब है ये मनुखा जीवन, अज जिहड़ा तेनों समा मिले, जिन्हों धन गुरु अर्जन साहब कहते हैं, भई प्रापत मानुख दे हरिया गोबिंद मिलन की। सतगुर कहते हैं ते रब नूं मिलन की वारी है। इन्ना मतलब है तू इस जीवन के अंदर सच नूं पहचान सकना है। सत संगत इन्नियां जूना ने धरती ते, एक बंदे नूं छड्ड के ध्यान देना, कुदरती जिहड़े नियम ने, हर जीव उस कुदरती नियम दे विच सुभावक अपनी जिंदगी जियो रहा, जिवें कुदरत चला रही उवें चल रहे ने। एक बंदा है जिन्हें अपने जीवन दे विच आपनूं, जिन्हों सतगुर ने दिमाग माइंड दिता, जिन्हों असीं मन कहने आ, दिमाग कहने आ, इहदे नाल सब कुछ बंदे ने सोचिया समझिया, की तो की बनया, बना रहा है, ते अगे की कुछ बनाएगा। पर सतगुर पातशाह कहते ने, गल चेते रख, ए तन होसी खाक निमाणी गौर करे, आज मिलावा शेख फरीद। बाबा फरीद साहब कहते ने, तेनू आज ही रब मिल जाएगा। हे मना, ये मैं तेनू बड़ी दृढ़ता नाल कहना भी तेनू आज ही मिलेगा। इस मनुखा जीवन के अंदर तेनू रब मिल सकता है। अगों मन ने कहा भी किवें मिलेगा, ते बाबा जी कहन लगे, टाकिम कुंजड़ियां। टाकिम का मतलब होता है रोकना। जिवें कपड़ा फट जाए ना, तो पुराने समय जो कहते सी भी इत्थे टाकी ला लो, अज तो असी शौक नाल फाड़ के लगे फिरने आ। पुराने समय च हुंदा सी भी कपड़ा फट जाना तो टाकी ला लैनी, तो टाकी लगी होनी ना, तो किसी ने वेखना तो कहना भी विचारे कोलों पाण दे लई कपड़ा भी नहीं, टाकियां लाई फिरदा है। ते अज वो टाकियां शौक बन गईयां। हुण इत्थों पता लगता है भी इंसान की मानसिकता का पद्धर किधर नूं जा रहा है। मैनूं माफ़ करना, मैं जिहड़े बचन कह रहा, साडी मानसिकता का पद्धर किधर नूं जा रहा है। हुण बाबा जी कहते हैं, टाके नूं कुंजड़ियां, कुंजड़ियां का मतलब है इंद्रियां। आ जिहड़ियां तेरियां इंद्रियां ने, इन्हां नूं रोक लै। ये की करदियां ने? पातशाह कहते हैं, मन हो मचिंदड़ियां, ये तेनूं मचा रही ने, मचांदियां ने ना। किसी का वध किसी वाल वेख के बंदा सड़दा नहीं भी इहदे कोल इन्ना कुछ है। चीज़ां वाल वेख के अंदर अंदर एक उबाल पैदा नहीं होंदा। ख्याल करियो, एक भरा दूजे भरा नालों अगे निकल जाए तो ख्याल करियो दूजा भरा होना तो यह चाहिए सी, वो अपने भरा की इस सक्सैस के उत्ते, इस कामयाबी के उपर, अपने भरा के उपर खुश होवे। खुश होने की बजाय की करता है? मन अंदर जैलसी पैदा होनी शुरू हो गई, घर वखरे कर ले। सतगुरु गुरु ग्रंथ साहिब पातशाह कहते हैं, मन मचा रहा है बंदे नूं, इस मचदे हुए मन नूं रोक लै। टाकियां नूं, ये जिहड़ियां मनो मचिंदड़ियां ने, इन्हां नूं सतगुरु कहते हैं काबू विच कर। टाकिम कुंजड़ियां, इन्हां नूं भजदियां होईयां इंद्रियां नूं रोक लै। ते रुकणगियां किवें? साध संगत जी रुकणगियां उदों जदों इन्हां नूं सोझी आएगी। माफ करना, सोझी तो बिना किवें रोक लोगे?
ਗਿਆਨ ਤੋਂ ਬਿਨਾਂ ਕਿ ਮੰਨ ਲਓ, ਮੈਂ ਛੋਟੀ ਜਿਹੀ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖ ਦਿਆਂ ਵੀ ਕਿਸੇ ਇਨਸਾਨ ਨੇ, ਆਪਾਂ ਤੁਸੀਂ ਜਿਸ ਥਾਂ ਤੇ ਬੈਠੇ ਹੋ, ਕੋਈ ਇਨਸਾਨ ਨਵਾਂ ਦਿੱਲੀ ਵਿੱਚ ਆਇਆ ਹੋਵੇ, ਉਹ ਇੱਕ ਅੱਧੇ ਦਿਨ ਦਾ ਉਹਦਾ ਕੋਈ ਕੰਮ ਹੋਵੇ ਤੇ ਉਹਨੇ ਇਸ ਤੋਂ ਬਾਅਦ, ਰਹਿਣ ਵਾਲਾ ਪੰਜਾਬ ਦਾ ਹੋਵੇ ਤੇ ਉਹਨੇ ਇਸ ਤੋਂ ਬਾਅਦ ਜਾਣਾ ਹੋਵੇ ਅਗਲੇ ਸਫ਼ਰ ਤੇ ਯੂਪੀ ਵੱਲ ਨੂੰ ਜਾਣਾ ਹੋਵੇ, ਤੇ ਉਹ ਜਦੋਂ ਸਫ਼ਰ ਕਰਨ ਲੱਗਾ ਤੇ ਉਹਨੇ ਪਹਿਲੋਂ ਪੁੱਛਿਆ ਕਿਸੇ ਨੂੰ, ਭਾਈ ਮੈਂ ਫਲਾਣੀ ਥਾਂ ਤੇ ਜਾਣਾ ਹੈ ਤੇ ਕਿਵੇਂ ਪਹੁੰਚਾਂਗਾ? ਉਹ ਕਹਿੰਦਾ ਤੈਨੂੰ ਰਸਤਾ ਦੱਸ ਦੇਣਾ, ਪਰ ਜਿੱਥੇ ਜ਼ਰੂਰਤ ਹੋਈ ਰਾਹ 'ਚ ਪੁੱਛਦਾ ਜਾਈ, ਤੈਨੂੰ ਤੇਰੀ ਮੰਜ਼ਿਲ ਮਿਲ ਜਾਏਗੀ। ਅੱਜ ਸਾਡੇ ਕੋਲ ਸਾਧਨ ਬੜੇ ਨੇ। ਹੁਣ ਉਹ ਬੰਦੇ ਨੇ ਆਪਣਾ ਰਸਤਾ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਜਿੱਥੇ ਜ਼ਰੂਰਤ ਪਈ ਉਹਨੇ ਪੁੱਛਿਆ ਵੀ, ਪੁੱਛ ਕੇ ਆਪਣੀ ਮੰਜ਼ਿਲ ਤੇ ਪਹੁੰਚ ਗਿਆ। ਤੇ ਜੇ ਉਹ ਇਨਸਾਨ ਇਹ ਕਹਿੰਦਾ ਵੀ ਨਹੀਂ, ਮੈਂ ਕਿਉਂ ਕਿਸੇ ਕੋਲੋਂ ਪੁੱਛਾਂ ਭਾਈ, ਮੈਂ 10 ਲੱਖ ਦੀ ਗੱਡੀ ਵਿੱਚ ਬੈਠਾ, ਮੈਂ ਕਿਉਂ ਕਿਸੇ ਨੂੰ ਪੁੱਛਾਂ, ਮੈਂ ਆਪਣੇ ਆਪ ਮੰਜ਼ਿਲ ਤੈਅ ਕਰਾਂਗਾ, ਮੰਜ਼ਿਲ ਤੇ ਪਹੁੰਚਾਂਗਾ। ਖਿਆਲ ਕਰਨਾ, ਹੋ ਸਕਦਾ ਹੈ ਯੂਪੀ ਵੱਲ ਜਾਣ ਦੀ ਬਜਾਏ ਉਹ ਇੱਧਰ ਹਰਿਆਣੇ ਵੱਲ ਨੂੰ ਨਿਕਲ ਜਾਏ। ਹੁਣ ਸਤਿਗੁਰ ਕਹਿੰਦੇ ਨੇ ਪੁੱਛਣਾ, ਭਾਵ ਇਹ ਹੈ ਇਹਦਾ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਜੀਵਨ ਦੇ ਅੰਦਰ ਜਿੰਨੀ ਦੇਰ ਤੱਕ ਤੂੰ ਮਾਰਗ ਨਹੀਂ ਆਪਣੇ ਜੀਵਨ ਵਿੱਚ ਚੂਜ਼ ਕਰਦਾ ਵੀ ਚੱਲਣਾ ਕਿੱਧਰ ਹੈ ਤੂੰ, ਗੁਰੂ ਗਿਆਨ ਦੇ ਰਿਹਾ ਨਾ, ਸਤਿਗੁਰੂ ਜੀ ਸਮਝਾ ਰਹੇ ਨੇ, ਨੇਤਰੋ ਮੇਰੇ ਹਰ ਤੁਮ ਮੈਂ ਜੋਤ ਧਰੀ ਹਰ ਬਿਨਵਰ ਨਾ ਦੇਖੋ ਕੋਈ। ਤੇ ਜੇ ਹੁਣ ਅੱਖਾਂ ਮੈਲ ਵੇਖ ਰਹੀਆਂ ਨੇ ਤੇ ਸਤਿਗੁਰੂ ਪਾਤਸ਼ਾਹ ਕਹਿ ਰਹੇ ਨੇ, ਗੁਰਬਾਣੀ ਆਨੰਦ ਸਾਹਿਬ ਜੀ ਦੀ ਬਾਣੀ ਆਪਾਂ ਰੋਜ਼ ਪੜ੍ਹਦੇ ਹਾਂ, ਤੇ ਜੇ ਬਾਣੀ ਪੜ੍ਹਨ ਤੋਂ ਬਾਅਦ ਵੀ ਮੈਂ ਉਹ ਸਭ ਕੁਝ ਕਰੀ ਜਾ ਰਿਹਾ, ਇਹਦਾ ਮਤਲਬ ਹੈ ਮੈਂ ਆਪਣੀਆਂ ਇੰਦਰੀਆਂ ਨੂੰ ਰੋਕਣ ਦੇ ਲਈ ਸਤਿਗੁਰ ਦੇ ਦਿੱਤੇ ਹੋਏ ਉਪਦੇਸ਼ ਨੂੰ ਲਾਗੂ ਨਹੀਂ ਕਰਦਾ ਪਿਆ। ਤੇ ਜੇ ਲਾਗੂ ਨਹੀਂ, ਇਹ ਤੇ ਇਸੇ ਤਰ੍ਹਾਂ ਦੀ ਗੱਲ ਹੋ ਗਈ ਸਾਧ ਸੰਗਤ, ਕੋਈ ਬੱਚਾ ਬੜੀ ਮਿਹਨਤ ਕਰੇ, ਉਹਨੇ ਮੈਡੀਕਲ ਦੀ ਪੜ੍ਹਾਈ ਵੀ ਕੀਤੀ, ਮਿਹਨਤ ਕੀਤੀ ਬੜੀ ਰਾਤਾਂ ਰਾਤ, ਪਰ ਜਾ ਕੇ ਹੁਣ ਜਦੋਂ ਕੰਮ ਕਰਨ ਦਾ ਵਕਤ ਆਇਆ, ਜਦੋਂ ਸਮਾਂ ਆਇਆ ਵੀ ਹਾਂ ਆਪਣੀ ਇਸ ਬਣਾਈ ਹੋਈ ਇਸ ਡਿਗਰੀ ਨੂੰ ਜਿਹੜੀ ਉਹਨੇ ਬੜੀ ਮਿਹਨਤ ਨਾਲ ਹਾਸਲ ਕੀਤੀ ਹੈ, ਹੁਣ ਇਹਨੂੰ ਜਦੋਂ ਇੰਪਲੀਮੈਂਟ ਕਰਨ ਦਾ ਸਮਾਂ ਆਇਆ, ਲਾਗੂ ਕਰਨ ਦਾ ਸਮਾਂ ਆਇਆ ਸਾਰੀ ਸਟੱਡੀ ਨੂੰ, ਉਦੋਂ ਉਹ ਇਨਸਾਨ, ਉਹ ਮਨੁੱਖ ਆਖੇ ਵੀ ਭਾਈ ਹੁਣ ਮੈਂ ਨਹੀਂ ਇਹ ਕਰ ਸਕਦਾ, ਜਾਂ ਮੈਂ ਇਹਨੂੰ ਆਪਣੇ ਜੀਵਨ ਵਿੱਚ ਹੁਣ ਤਵੱਜੋ ਦੇਣਾ ਹੀ ਨਹੀਂ ਚਾਹੁੰਦਾ। ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਉਹ ਜਿਹੜਾ ਗਿਆਨ ਉਹਨੇ ਹਾਸਲ ਕੀਤਾ ਹੈ, ਉਹ ਤਾਂ ਹੀ ਉਸ ਪੂਰੇ ਖਿੱਤੇ ਤੇ ਆਪਣੇ ਕਰਮ ਤੇ ਪੂਰਾ ਹੋ ਸਕਦਾ ਜੇ ਉਹਨੂੰ ਇੰਪਲੀਮੈਂਟ ਕਰਕੇ ਉਹਨੂੰ ਆਪਣੇ ਜੀਵਨ ਦੇ ਵਿੱਚ ਹਰ ਖੇਤਰ ਦੇ ਸਮਾਜ ਵਿੱਚ ਵਿਚਰਦੇ ਆ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰੇਗਾ। ਤੇ ਬਾਣੀ ਅਸੀਂ ਵੀ ਪੜ੍ਹਦੇ ਆ, ਪਰ ਸੱਚ ਇਹ ਵੀ ਅਸੀਂ ਕਿੰਨੀ ਕੁ ਲਾਗੂ ਕੀਤੀ ਆਪਣੇ ਜੀਵਨ ਤੇ ਸਤਿਗੁਰੂ ਜੀ ਹੀ ਬਚਨ ਕਹਿ ਰਹੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਪਾਤਸ਼ਾਹ ਕਹਿੰਦੇ ਨੇ ਜੋ ਗੁਰੂ ਕਹਿ ਰਿਹਾ ਉਹਨੂੰ ਭਲਾ ਕਰਕੇ ਮੰਨ ਲੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਪਾਸ ਦਮਾਮੇ, ਦਮਾਮੇ ਦਾ ਮਤਲਬ ਹੁੰਦਾ ਹੈ ਧੌਂਸੇ। ਜਿਹੜੇ ਪੁਰਾਣੇ ਰਾਜੇ ਹੁੰਦੇ ਸਨ ਉਹਨਾਂ ਦੇ ਦਰਵਾਜ਼ਿਆਂ ਦੇ ਉੱਤੇ ਜਦੋਂ ਮਹਿਲ ਦੇ ਦਰਵਾਜ਼ੇ ਖੁੱਲ੍ਹਣੇ ਤੇ ਬੜੀ ਉੱਚੀ ਆਵਾਜ਼ ਵਿੱਚ ਧੌਂਸੇ ਵੱਜਦੇ ਹੁੰਦੇ ਸਨ, ਵੱਖ-ਵੱਖ ਤਰ੍ਹਾਂ ਦੇ ਸਾਊਂਡ ਵੱਜਦੇ ਹੁੰਦੇ ਸਨ ਵੀ ਰਾਜਾ ਮਹਿਲ ਤੋਂ ਬਾਹਰ ਨਿਕਲਣ ਲੱਗਾ ਹੈ, ਰਸਤੇ ਵਿੱਚ ਆਉਣ ਵਾਲੇ ਲੋਕਾਂ ਨੂੰ ਖਬਰ ਮਿਲ ਜਾਏ ਵੀ ਰਾਜਾ ਆਪਣੇ ਮਹਿਲਾਂ ਤੋਂ ਬਾਹਰ ਆ ਰਿਹਾ ਹੈ, ਰਸਤੇ ਖਾਲੀ ਹੋ ਜਾਣ। ਪਾਤਸ਼ਾਹ ਕਹਿੰਦੇ ਨੇ ਪਾਸ ਦਮਾਮੇ, ਕਿਸੇ ਇਨਸਾਨ ਦੇ ਕੋਲੋਂ ਦਮਾਮੇ ਭਾਵ ਉਹਦੇ ਧੌਂਸੇ ਵੱਜਦੇ ਹੋਣ, ਇੰਨੀ ਉਹਦੀ ਵਡਿਆਈ ਹੋਵੇ। ਪਾਸ ਦਮਾਮੇ ਛੱਤ ਸਿਰ, ਉਹਦੇ ਸਿਰ ਤੇ ਛੱਤ ਦਾ ਮਤਲਬ ਹੈ ਛਤਰ, ਛਤਰ ਝੁੱਲਦੇ ਹੋਣ। ਧਿਆਨ ਦੇਣਾ, ਇੱਥੇ ਕਿਸੇ ਰਾਜੇ ਦਾ ਸਤਿਗੁਰੂ ਜੀ ਇੱਕ ਰੂਪ ਸਾਡੇ ਸਾਹਮਣੇ ਰੱਖ ਰਹੇ ਨੇ ਵੀ ਕੋਈ ਰਾਜ ਤਖਤ ਤੇ ਬੈਠਾ ਹੋਇਆ ਬੰਦਾ ਹੈ, ਉਹਦੇ ਸਿਰ ਤੇ ਛੱਤਰ ਝੁੱਲਦੇ ਪਏ ਨੇ, ਧੌਂਸੇ ਵੱਜਦੇ ਪਏ ਨੇ। ਭੇਰੀ ਛੱਡੋ ਰੱਡ, ਭੇਰੀ ਦਾ ਮਤਲਬ ਹੁੰਦਾ ਤੂੰਤੀ। ਜਿਹੜੇ ਜੋਗੀ ਹੁੰਦੇ ਨੇ ਨਾ, ਜੋਗੀ, ਇਹਨਾਂ ਦੇ ਕੋਲੋਂ ਜਿਹੜਾ ਸਾਜ਼ ਹੁੰਦਾ ਭੇਰੀ। ਇਹਨਾਂ ਜਦੋਂ ਇਕੱਠੇ ਹੋਣਾ ਹੁੰਦਾ ਨਾ ਕਿਸੇ ਕੰਮ ਕਰਕੇ ਤੇ ਇਹ ਉਹ ਸਾਜ਼ ਨੂੰ ਵਜਾਉਂਦੇ ਨੇ, ਇਹ ਉਸ ਸਾਜ਼ ਨੂੰ ਵਜਾ ਕੇ, ਉਹ ਸਾਜ਼ ਦੇ ਵੱਜਣ ਦਾ ਮਤਲਬ ਹੁੰਦਾ ਵੀ ਹੁਣ ਸਾਰੇ ਇਕੱਠੇ ਹੋ ਜਾਓ। ਤੇ ਪਾਤਸ਼ਾਹ ਕਹਿੰਦੇ ਨੇ ਭੇਰੀ ਛੱਡੋ ਰੱਡ, ਰੱਡ ਛੰਦ ਦਾ ਨਾਮ ਹੈ। ਜਦੋਂ ਤੁਸੀਂ ਸਵਈਏ ਪੜ੍ਹਦੇ ਹੋ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਾਬਤ ਭੱਟਾਂ ਦੇ ਜਿਹੜੇ ਸਵਈਏ ਨੇ ਉਹਦੇ ਵਿੱਚ ਇਸ ਛੰਦ ਦਾ ਜ਼ਿਕਰ ਆਇਆ ਰੱਡ। ਤੁਸੀਂ ਜਿਹੜੇ ਬਾਣੀ ਪੜ੍ਹਨ ਵਾਲੇ ਹੋ ਵੇਖਣਾ ਜਾ ਕੇ, ਇਸ ਰੱਡ ਛੰਦ ਹੈ, ਛੰਦ ਦੀ ਕਿਸਮ ਹੈ। ਤੇ ਬਾਬਾ ਧੰਨ ਗੁਰੂ ਗ੍ਰੰਥ ਸਾਹਿਬ ਜੀ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਜਿੰਦੇ ਸਿਰ ਤੇ ਛੱਤਰ ਝੁੱਲਦੇ ਹੋਣ,
जिंदे दरवाजे के उत्ते नितां प्रति धौंसे वजदे होण, तूतियां वजदियां होण ते छंद पढ़े जाते होण, जिंदे सामने पातशाह कहते ने जाए सुते जीरान मैं, जिदन मरिया बाबा फरीद साहब कहते ने जिदन मर गया ते जाके जाए सुते जीरान, जीरान कहते ने कबर नूं, जीरान का मतलब होता है वो थां शमशान घाट जिथे शरीर नूं दफनाया गया, साड़ दिता गया। हुण बाबा फरीद साहब जी ने अपनी रवायत इस्लाम धर्म के मुताबिक गल की है, कहते जाए सुते जीरान में, जीरान मतलब मसान दे विच जाके बंदियां ने मरण तो बाद शरीर नूं दफना दिता थले धरती दे विच। सुते का मतलब है सो जाना। जाए सुते जीरान में थिए अतीमा गढ़, बाबा जी कहते ने वेख अतीम का मतलब होता है यतीम, यतीम शब्द होंदा ना जिंदा कोई जिंदे अगे पिछे कोई ना होवे, कह देंगे ने बे ये तो यतीम है, अनाथ जिन्हों कहा जाता है शब्द। बाबा फरीद साहब कहते ने थिए अतीमा गढ़, कहते ने जो धरती दे विच थले मिट्टी विच दफना दिता, गढ़ दिता, बाबा जी कहते ने वेखो जिंदे सिर ते छत्तर झुलदे सन, जिंदे घरों बाहर निकलदिया ते उच्चियां तूतियां वजदियां सन, वाजे वजदे सन, जिंदी उस्तत वडियाई दे विच जेड़े राजियां दे कोलों बहन वाले लोग सन वो वडियाई करते सन भी राजन तू ऐसा, राजा तेरी ये वडियाई। जेड़े भट्ट होंदे सन राजियां दी वडियाई करते सन, राजियां दे दरबार विच जाके उहदे बदले विच राजे इन्हां नूं माया दिंदे सन। जिवें अजकल दे कवि नहीं हैगे, कवि शायर वो किसी की उस्तत करन किसी थां ते जाके, इस तरह राजियां दे महलां दे विच जेड़े दरबारी होंदे सन, कवि होंदे सन, खास करके भट्ट जेड़े सन वडियाई करते सन राजियां की। रड छंद का नाम है भी वो छंद गाने वडियाई करनी। पर बाबा जी कहते ने जिदन मरिया धरती दे विच दफना दिता गया, उनके तखत के थां ते कोई होर आके बह गया, जिथे वो बैठा सी उस तखत ते हुण कोई उनका पुत्र बह गया या उन्होंने परिवार विचों कोई होर बह गया, तखत ते किसी होर ने आके आसन ला लिया। ते बाबा जी कहते हैं वो बंदा जिंदे सिर ते छत्तर झुलदे सन, तूतियां वजदियां सन, वाजे वजदे सन, धरती दे थले गड्डिया गया, ते बाबा जी कहते हैं वेखो हुण वो अतीम हो गया है, हुण उहनूं कोई पुछण वाला भी नहीं। किन्ने दिन कोई नाम साध संगत आपां समाज जिस विच विचरने आ, देखो हाथां दे नाल सतगुर पातशाह जी बाणी विच कहंदे ने बाबा फरीद साहब जी की फरीदा कित्थे टंड है मापिया, हे फरीद तेरे माँ बाप कित्थे ने, जिन्नी तू जने होए जिन्हां ने तेनू जन्मिया जन्म दिता संसार विच, तैं पासों वो लद गए। बंदा कहता मैं उन्होंने अपने हत्थां नाल शमशान घाट विच छड्ड के आया, ते बाबा जी कहते ने तै पासों वो लद गए, तू अजे ना पतीन होए, तेनू अजे भी समझ नहीं आई भी जो तू उन्होंने अपने हथी छड्ड के आया है तो एक दिन तेनू भी छड्डण वाले होणगे। इन्ना मतलब है भी जिन जेड़े चले गए साध संगत कितनी देर तक उन्होंने याद किया जाता है। मान लो भी जिस बंदे दे माँ बाप गए वो अपने माँ बाप नूं याद कर रहा है कि अगों दे बच्चे उन्होंने अपने दादे दादी नूं कितना को याद करनगे। चलो मान लो उन्होंने भी याद किया, कदी कदाई वो गए, कदी कदाई उन्हें चेते कर लिया, घर विच लगी फोटो नूं वेख के ते अगों जिहड़े उन्हां दे बच्चे ने कि वो याद रखणगे। या साडे घरां दे विच असीं आप देख लीए भी किन्ने आ जिन्हां नूं अपने परदादियां दे नाम भी चेते होणगे। बाबा फरीद साहब कहंदे ने अतीम हो गए हो। इन्ना मतलब है बाबा फरीद साहब कह रहे हैं भलिया तेरी पाया कुछ भी नहीं। मैं उन्हां दी गल कर रहा, बाबा जी कहंदे ने जिन्हां दे सिर ते छत्तर झुलदे सन, जिन्हां नूं लोग झुक के सलामा करदे सन, जिहड़े समय दे हुकूमत नूं मानण वाले लोग सन, देखो भी एक दिन जिदन धरती थले गड्डे गए यतीम हो गए। बाबा जी कहते ने तू भी एक दिन यतीम हो जाना है। यतीम होने तो पहला अपने अंदर इन्नी कुछ जग्यासा पैदा कर कि इस संसार इस जगत के अंदर नाम रहे हो, साधु रहे हो गुर गोबिंद। बाबा धन गुरु तेग बहादुर साहब कहते ने तीन चीज़ां रहनगियां। एक नाम रहेगा सदा, नाम मतलब परमात्मा नेचर हुक्म परमात्मा दा। साधु रहे हो उस नाम नूं उस हुक्म उस नेचर दे विच चलण वाला, कुदरती जिहड़ा जीवन जीवन वाला है, परमात्मा दे हुक्म विच चलण वाला, सब कहंदे ने को रहेगा।
ਤੇ ਤੀਜਾ ਕੌਣ? ਪਾਤਸ਼ਾਹ ਜੀ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ। ਇੱਕ ਗੁਰੂ ਰਹੇਗਾ ਸੰਸਾਰ ਤੇ। ਬਾਬਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਹੋਰ ਕੁਝ ਵੀ ਨਹੀਂ। ਇਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰਿੰਦੇ ਪੀ ਗਏ। ਵੱਡੇ ਵੱਡੇ ਕੋਠੇ ਮੰਡਪ ਮਹਿਲ ਉਸਾਰਨ ਵਾਲੇ ਸੰਸਾਰ ਤੋਂ ਚਲੇ ਗਏ। ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਪਰ ਜੇ ਸਾਰੀ ਜ਼ਿੰਦਗੀ ਝੂਠੇ ਸੌਦੇ ਕੀਤੇ, ਝੂਠੇ ਸੌਦੇ ਦਾ ਮਤਲਬ ਹੈ ਬਿਨ ਸੰਹਾਰ ਸੌਦੇ। ਸਾਧ ਸੰਗਤ ਇੱਕ ਸੌਦਾ ਉਹ ਹੈ ਜਿਸ ਸੌਦੇ ਨੂੰ ਕਰਨ ਤੋਂ ਬਾਅਦ ਸਮਾਜ ਵੀ ਵਡਿਆਈ ਕਰਦਾ, ਲੋਕ ਵੀ ਵਡਿਆਈ ਕਰਦੇ ਨੇ। ਇੱਕ ਸੌਦਾ ਉਹ ਹੈ ਵੀ ਜਿਹੜਾ ਬੰਦੇ ਨੇ ਸਿਰਫ ਆਪਣੇ ਮਤਲਬ ਲਈ ਕੀਤਾ, ਝੂਠ ਵੀ ਬੋਲੇ, ਠੱਗੀਆਂ ਵੀ ਮਾਰੀਆਂ, ਉਹਨੇ ਆਸਾ ਵੇਖਿਆ ਨਾ ਪਾ, ਆਪਣੇ ਵੀ ਨਹੀਂ ਛੱਡੇ ਉਹਨੇ। ਇਹ ਸਾਡੇ ਸਮਾਜ ਦੀ ਹਾਲਾਤ ਹੈ, ਆਪਣੇ ਵੀ ਨਹੀਂ ਛੱਡੇ। ਮਾਂ ਬਾਪ ਨੂੰ ਧੋਖੇ ਵਿੱਚ ਰੱਖਿਆ ਤੇ ਅੰਗੂਠਾ ਲਵਾ ਲਿਆ, ਭਰਾਵਾਂ ਨੂੰ ਧੋਖੇ ਵਿੱਚ ਰੱਖਿਆ, ਜ਼ਮੀਨ ਆਪਣੇ ਨਾਮ ਕਰਾ ਲਈ। ਪਰ ਸਤਿਗੁਰ ਕਹਿੰਦੇ ਨੇ 10 ਜਿਨ੍ਹਾਂ ਨੇ ਕੋਠੇ ਮੰਡਪ ਮਾੜੀਆਂ ਉਸਾਰੀਆਂ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕੂੜਾ ਸੌਦਾ ਕਰ ਗਏ, ਝੂਠਾ ਸੌਦਾ ਬਿਨ ਸੰਹਾਰ ਸੌਦਾ ਕਰਨ ਵਾਲੇ ਵੀ ਚਲੇ ਗਏ। ਗੋਰੀ ਆਏ ਭਾਈ ਉਹ ਵੀ ਇੱਕ ਦਿਨ ਕਬਰ ਦੇ ਵਿੱਚ ਸਮਾ ਗਏ। ਉਹ ਸੌਦਾ ਕਰ ਜਿਹੜਾ ਸੰਸਾਰ ਦੇ ਅੰਦਰ ਸਦਾ ਰਹਿਣ ਵਾਲਾ ਹੋਵੇ। ਭਾਵ ਐਸੇ ਕਰਮ ਕਰ ਜਿਹੜੇ ਮਰਨ ਤੋਂ ਬਾਅਦ ਵੀ ਤੇਰੇ ਕਰਮਾਂ ਨੂੰ ਯਾਦ ਕੀਤਾ ਜਾਏ ਵੀ ਹਾਂ ਆ ਫਲਾਣਾ ਬੰਦਾ ਸੰਸਾਰ ਤੋਂ ਗਿਆ, ਪਰ ਸੱਚ ਵਿੱਚ ਸਦੀਆਂ ਤੱਕ ਐਸੇ ਬੰਦਿਆਂ ਨੂੰ ਚੇਤੇ ਕੀਤਾ ਜਾਂਦਾ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਹੈਨ ਵਿਰਲੇ, ਗੁਰੂ ਨਾਨਕ ਪਾਤਸ਼ਾਹ ਜੀ ਨਾਹੀ ਕਣੇ ਫੈਲ ਪਕੜ ਸੰਸਾਰ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ। ਕਰੋੜਾਂ ਵਿੱਚੋਂ ਵਿਰਲੇ ਨੇ ਸਾਧ ਸੰਗਤ, ਨਹੀਂ ਤੇ ਸੰਸਾਰ ਦਾ ਰਸ ਐਸਾ ਹੈ ਹਰ ਬੰਦਾ ਇਹਦੇ ਵਿੱਚ ਜਕੜਿਆ ਹੋਇਆ ਹੈ। ਹਰ ਇਨਸਾਨ ਕਿਉਂਕਿ ਦੇਖਾ ਦੇਖੀ ਬੰਦੇ ਨੂੰ ਖਿੱਚ ਪਾ ਰਹੀ ਹਰ ਚੀਜ਼। ਤੇ ਜਿੱਥੇ ਬੰਦਾ ਖੜਾ ਹੋ ਕਹਿੰਦਾ ਬਸ ਮੈਂ ਦੂਜੇ ਨੂੰ ਵੇਖ ਕੇ ਕਹਿੰਦਾ ਵੀ ਇੱਥੇ ਮੈਂ ਪਹੁੰਚ ਜਾਵਾਂ, ਕਿਸੇ ਢੰਗ ਨਾਲ ਵੀ ਪਹੁੰਚਾਂ। ਉਹ ਵੇਖਦਾ ਨਹੀਂ ਚੰਗਾ ਹੈ ਮਾੜਾ ਹੈ, ਉਹ ਕਹਿੰਦਾ ਬਸ ਪਹੁੰਚ ਜਾਵਾਂ, ਕਿਸੇ ਤਰੀਕੇ ਨਾਲ ਵੀ ਜਾਵਾਂ। ਤੇ ਸਤਿਗੁਰ ਕਹਿੰਦੇ ਨੇ ਜੇ ਪਹੁੰਚ ਵੀ ਗਿਆ, ਵੇਖ ਇਸ ਤੋਂ ਵੱਡੇ ਵੱਡੇ ਆਸਨਾਂ ਤੇ ਪਹੁੰਚਣ ਵਾਲੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਆਸਨ ਹਮ ਬੈਠੇ केते बैस गया, बोलिए सच धर्म झूठ ना बोलिए, जो गुर दसै वाट मुरीदा जोलिए। बाबा फरीद साहब कहते हैं जो गुरु वाट दसदा है ना, रस्ता दसदा है, उस रस्ते नूं अपने जीवन विच जोलीए, अख्तियार कर, उस रस्ते ते चल, उस रस्ते ते चलेगा, फिर इस संसार इस जगत विच तेरी पैज रह जाएगी। नहीं तो पातशाह कहते हैं वड्डे वड्डे छत्र जिन्हां दे सिर ते झुलदे सन वो भी यतीमां दी तरह धरती दे थल्ले पए ने। एक दिन तू भी इसे संसार विचों चले जाएगा, पर नामना तेरा भी किसी ने नहीं लैना। जिवें वो यतीम ने इसे तरह तू भी यतीमां दी तरह एक दिन संसार विचों अपना नामना गवा लेगा। पर जे सच नाल जुड़िया होएगा, घट तो घट परमात्मा की इस कुदरत के अंदर तू सुरखरू होके जाएगा, तू किसी भय अधीन नहीं जाएगा। इसे करके सतगुरु जी ने इन्हां पावन बचनों के अंदर सानू सबनां नूं एक प्रेरणा दी है। सतगुरु गुरु ग्रंथ साहिब पातशाह जी मेहरमत करन, बख्शिश करन। बाबा फरीद साहब जी के नाम मुबारक अमृत बचनों की समझ दातार पिता जी अपने चरणों विचों बख्श देन। होईयां गलतियां बख्श लैनियां जी। बुलाओ फतेह जी। वाहिगुरू जी का खालसा।